ਕਾਂਗਰਸ ਦੇ ਵਿੱਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਹੰਮਦ ਸਦੀਕ ਸਾਡੇ ਨਾਲ ਨੇ। ਪਾਰਟੀ ਦੇ ਇਸ ਵੇਲੇ ਕਿਹੋ ਜਿਹੇ ਹਾਲਾਤ ਨੇ? ਕਾਬਲ ਦੇ ਜੰਮਿਆਂ ਲਈ ਨਿਤ ਮੁਹਿੰਮਾਂ। ਜਦੋਂ ਬਰਾਬਰਤਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਬੜੀਆਂ ਅਹਿਮ ਜ਼ਿੰਮੇਵਾਰੀਆਂ ਸਾਨੂੰ ਸਮਝਣੀਆਂ ਪੈਂਦੀਆਂ ਨੇ ਕਿ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਘੁਟਾਲਾ ਹੋਇਆ ਤੇ ਉਸ ਨੂੰ ਲੈ ਕੇ ਵੱਡੇ ਸਵਾਲ ਕਾਂਗਰਸ ਦੇ ਹੋ ਰਹੇ ਨੇ। ਉਹ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਕਿ ਨਹੀਂ ਨਿਭਾ ਰਿਹਾ, ਇਹ ਖਾਸ ਤੌਰ ਉਹਨੂੰ ਹੀ ਪੁੱਛਿਆ ਜਾ ਸਕਦਾ, ਮੈਨੂੰ ਨਹੀਂ। ਮੇਰੇ ਐਨਕ ਹੀ ਉਹ ਲੱਗੀ ਹੋਈ ਹੈ, ਮੈਂ ਸਭ ਨੂੰ ਇਮਾਨਦਾਰ ਸਮਝਦਾ। ਉਣਤਾਈਆਂ ਰਹੀਆਂ, ਗਲਤੀਆਂ ਰਹੀਆਂ, ਇਸੇ ਕਰਕੇ ਲੋਕਾਂ ਨੇ ਕੰਨੀ ਕਤਰਾਉਣ ਦੀ ਕੋਸ਼ਿਸ਼ ਕੀਤੀ। ਸਾਥੋਂ ਵੀ ਗਲਤੀਆਂ ਹੋਈਆਂ ਨੇ, ਦੇਖੋ ਇਨਸਾਨ ਗਲਤੀ ਦਾ ਪੁਤਲਾ ਹੈ, ਕਦੇ ਨਾ ਕਦੇ ਗਲਤੀਆਂ ਹੋ ਵੀ ਜਾਂਦੀਆਂ ਨੇ। ਕਿਤੇ ਹਉਮੈ ਆ ਗਈ ਸੀ, ਉਹਦੇ ਕਰਕੇ ਨੁਕਸਾਨ ਹੋ ਗਿਆ। ਇਸ ਗੱਲ ਦਾ ਜਵਾਬ ਹਾਂ ਚ ਨਹੀਂ ਦੇ ਸਕਦਾ। ਮੈਨੂੰ ਨਹੀਂ ਪਤਾ ਹਉਮੈ ਕਿਹਦੇ ਚ ਆਈ ਔਰ ਕਿਉਂ ਆਈ ਹੈ। ਸਾਰਾ ਤੋੜਾ ਹੀ ਕੈਪਟਨ ਅਮਰਿੰਦਰ ਸਿੰਘ ਤੇ ਭੰਨ ਦਿੱਤਾ ਗਿਆ। ਹੁਣ ਭਾਜਪਾ ਦਾ ਇਹ ਕਿਵੇਂ ਹੋਇਆ, ਕਿਵੇਂ ਨਹੀਂ ਹੋਇਆ, ਹਾਂਜੀ ਇਹ ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਨੇ ਕਰਵਾਇਆ। ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਤੁਹਾਡੇ ਹਿਸਾਬ ਨਾਲ ਕਿਹੋ ਜਿਹੀ ਰਹੀ? ਜੋ 10 ਸਾਲ ਚ ਹਾਲਾਤ ਵਿਗੜੇ ਨੇ ਉਹਦੀ ਪਾਣ ਕਈਆਂ ਤੇ ਚੜ ਗਈ। ਅਕਾਲੀ ਦਲ ਨੇ ਲੱਗਦਾ ਕਿ ਨੁਕਸਾਨ ਕੀਤਾ ਸੱਚੀ ਪੰਜਾਬ ਦਾ ਪਿਛਲੇ 10 ਸਾਲਾਂ ਵਿੱਚ। ਇਹ ਸਵਾਲ ਤਾਂ ਤੁਸੀਂ ਬਾਦਲ ਸਾਹਿਬ ਨੂੰ ਪੁੱਛੋ ਜਿਨ੍ਹਾਂ ਨੇ ਕੀਤਾ ਜਾਂ ਕਰਵਾਇਆ ਹੈਗਾ। ਕਾਂਗਰਸ ਦੇ ਅੰਦਰ ਜਿਹੜੀ ਇੱਕ ਆਪਸੀ ਜੰਗ ਚੱਲ ਰਹੀ ਹੈ ਨਾ, ਉਹਦੇ ਕਰਕੇ ਸਾਰੀ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਬਗੈਰ ਮੰਗੇ ਸਲਾਹ ਤੋਂ ਬਿਨਾਂ ਟੋਕਰੀ ਸਿੱਟੀ ਜਾਂਦੀ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਕਾਂਗਰਸ ਦੇ ਵਿੱਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਦੇ ਵੱਲੋਂ ਅੱਜ ਬਹੁਤ ਸਾਰੇ ਆਗੂ ਜਿਹੜੇ ਸੀਗੇ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੁਹੰਮਦ ਸਦੀਕ ਸਾਡੇ ਨਾਲ ਨੇ। ਪਾਰਟੀ ਦੇ ਇਸ ਵੇਲੇ ਕਿਹੋ ਜਿਹੇ ਹਾਲਾਤ ਨੇ, ਗੱਲਬਾਤ ਕਰਨੀ। ਸਦੀਕ ਸਾਹਿਬ, ਕੀ ਨਜ਼ਰ ਕੀ ਆ ਰਿਹਾ ਹੈਗਾ? ਪਾਰਟੀ ਕਾਫੀ ਇਸ ਵੇਲੇ ਮੈਨੂੰ ਲੱਗਦਾ ਕਿ ਦਿੱਕਤਾਂ ਦੇ ਵਿੱਚੋਂ ਨਿਕਲ ਰਹੀ ਹੈ। ਬਹੁਤ ਸਾਰੀਆਂ ਚੁਣੌਤੀਆਂ ਨੇ। ਜਿਸ ਤਰੀਕੇ ਨਾਲ ਹੁਣ ਸੱਤਾ ਗਈ ਹੈਗੀ ਤੇ ਸੱਤਾ ਤੋਂ ਬਾਹਰ ਹੋ ਕੇ ਕੰਮ ਕਰਨਾ ਪੈ ਰਿਹਾ, ਲੱਗਦਾ ਕਿ ਹਰੇਕ ਪਾਰਟੀ ਵਰਕਰ ਨੂੰ ਮੁੱਢ ਤੋਂ ਕੰਮ ਕਰਨਾ ਪਊਗਾ ਤਾਂ ਜੋ ਪਾਰਟੀ ਮਜ਼ਬੂਤ ਹੋ ਸਕੇ। ਭੋਗਲ ਸਾਹਿਬ, ਕਾਬਲ ਦੇ ਜੰਮਿਆਂ ਲਈ ਨਿਤ ਮੁਹਿੰਮਾਂ। ਜਿਨ੍ਹਾਂ ਲੋਕਾਂ ਨੇ ਜ਼ਿੰਮੇਵਾਰੀਆਂ ਸੰਭਾਲੀਆਂ ਨੇ, ਜਿਨ੍ਹਾਂ ਦੇ ਉੱਤੇ ਦੇਸ਼ ਦੀ ਉਸਾਰੀ ਦੀ, ਦੇਸ਼ ਦੀ ਏਕਤਾ ਦੀ, ਦੇਸ਼ ਦੀ ਅਖੰਡਤਾ ਦੀ ਜ਼ਿੰਮੇਵਾਰੀ ਹੈ, ਉਹਨਾਂ ਵਾਸਤੇ ਹਮੇਸ਼ਾ ਹੀ ਮਤਲਬ ਇਹ ਗੱਲਾਂ ਬਣੀਆਂ ਰਹਿੰਦੀਆਂ ਨੇ, ਪ੍ਰੋਬਲਮਸ ਖੜੀਆਂ ਰਹਿੰਦੀਆਂ ਨੇ ਔਰ ਸਾਰੇ ਲੋਕ ਇਕੱਠੇ ਹੋ ਕੇ ਉਸ ਪ੍ਰੋਬਲਮ ਨੂੰ ਸੋਲਵ ਕਰਦੇ ਨੇ। ਤੋ ਅੱਜ ਜੋ ਸਾਡੇ ਕੁਲਦੀਪ ਸਿੰਘ ਵੈਦ ਜੀ ਨੂੰ ਹੈ ਜੀ ਐਸਸੀ ਸੈੱਲ ਦਾ ਚੇਅਰਮੈਨ ਬਣਾਇਆ ਗਿਆ ਹੈ, ਮੈਂ ਸਮਝਦਾ ਇੱਕ ਬਹੁਤ ਅੱਛੀ ਇਹਨੂੰ ਕਿਹਾ ਜਾ ਸਕਦਾ ਬਹੁਤ ਅੱਛਾ ਫੈਸਲਾ ਹੈ। ਦੇਖੋ ਗੱਲ ਇਹ ਹੈ, ਆਜ਼ਾਦੀ ਘੁਲਾਟੀਆਂ ਨੇ ਆਜ਼ਾਦ ਕਰਵਾ ਲਿਆ ਹਿੰਦੁਸਤਾਨ। ਉਸ ਤੋਂ ਮਗਰੋਂ ਜੋ ਹਿੰਦੁਸਤਾਨ ਨੂੰ ਏਕਤਾ ਬਰਾਬਰਤਾ ਬਖਸ਼ਣ ਵਾਸਤੇ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਜੋ ਸੁਪਨਾ ਦੇਖਿਆ ਸੀ, ਉਹਨੂੰ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਇਹ ਜੋ ਕੁਝ ਹੋ ਰਿਹਾ ਉਹੀ ਹੋ ਰਿਹਾ। ਸਦੀਕ ਸਾਹਿਬ, ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਅਸੀਂ ਐਸੀ ਭਾਈਚਾਰੇ ਦੀ ਗੱਲ ਕਰ ਲਈਏ, ਬੜੇ ਮਸਲੇ ਉਹਨਾਂ ਦੇ ਹੈਗੇ ਨੇ। ਤੁਸੀਂ ਵੀ ਜ਼ਿਕਰ ਕੀਤਾ, ਜਦੋਂ ਬਰਾਬਰਤਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਬੜੀਆਂ ਅਹਿਮ ਜ਼ਿੰਮੇਵਾਰੀਆਂ ਸਾਨੂੰ ਸਮਝਣੀਆਂ ਪੈਂਦੀਆਂ ਨੇ। ਤੁਹਾਡੀ ਸਰਕਾਰ ਰਹੀ ਤੇ ਇਲਜ਼ਾਮ ਲੱਗੇ ਕਿ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਘੁਟਾਲਾ ਹੋਇਆ ਤੇ ਉਸ ਨੂੰ ਲੈ ਕੇ ਵੱਡੇ ਸਵਾਲ ਕਾਂਗਰਸ ਦੇ ਹੋ ਰਹੇ ਨੇ। ਲੱਗਦਾ ਕਿ ਉਸ ਦਾ ਵੀ ਤੁਹਾਡੇ ਹਿਸਾਬ ਨਾਲ ਅਦਾਲਤੀ ਤੌਰ ਤੇ ਜਾਂ ਜਿਸ ਵੀ ਤਰੀਕੇ ਨਾਲ ਫੈਸਲਾ ਹੋਣਾ ਚਾਹੀਦਾ ਤਾਂ ਜੋ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ। ਦੇਖੋ ਬੇਨਤੀ ਇਹ ਹੈ, ਹਰ ਆਦਮੀ ਜਿਹਨੂੰ ਕੋਈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਉਹ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਕਿ ਨਹੀਂ ਨਿਭਾ ਰਿਹਾ, ਇਹ ਖਾਸ ਤੌਰ ਉਹਨੂੰ ਹੀ ਪੁੱਛਿਆ ਜਾ ਸਕਦਾ, ਮੈਨੂੰ ਨਹੀਂ। ਮੈਨੂੰ ਇਸ ਕਰਕੇ ਨਹੀਂ ਪੁੱਛਿਆ ਜਾ ਸਕਦਾ ਕਿਉਂਕਿ ਮੇਰਾ ਇਸ ਗੱਲ 'ਚ ਨਾ ਕੋਈ ਹੱਥ ਹੈ ਤੇ ਨਾ ਹੀ ਮੇਰੀ ਐਸੀ ਸੋਚ ਹੈ। ਮੇਰੇ ਐਨਕ ਹੀ ਉਹ ਲੱਗੀ ਹੋਈ ਹੈ, ਮੈਂ ਸਭ ਨੂੰ ਇਮਾਨਦਾਰ ਸਮਝਦਾ ਹੈ ਜੀ। ਔਰ ਮੈਂ ਆਪਣੇ ਉੱਪਰ ਅੱਗੇ ਅਰਦਾਸ ਕਰਦਾ ਵੀ ਮੇਰੀ ਜੋ ਸੋਚ ਹੈ ਜਿੰਨਾ ਕੁ ਮੈਂ ਕਰ ਸਕਦਾ ਉਹਨਾਂ ਕੁ ਮੈਂ ਰਹਾਂ। ਜਿੱਥੇ ਤੱਕ ਜ਼ਿੰਮੇਵਾਰੀ ਵਾਲੇ ਦਾ ਤਾਲੁਕ ਹੈ, ਇਹ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਕਿਉਂ ਹੋਇਆ, ਕਿਸ ਵਜ੍ਹਾ ਨਾਲ ਹੋਇਆ, ਕਿਵੇਂ ਠੀਕ ਹੋ ਸਕਦਾ, ਐਸਾ ਸੋਚਣਾ ਚਾਹੀਦਾ। ਸਦੀਕ ਸਾਹਿਬ, ਇੱਕ ਬੜੀ ਅਹਿਮ ਚੀਜ਼ 2017 ਦੇ ਵਿੱਚ ਬੜਾ ਵੱਡਾ ਮੈਂਡੇਟ ਦਿੱਤਾ ਸੀ ਲੋਕਾਂ ਨੇ ਕਾਂਗਰਸ ਨੂੰ, ਤੇ ਉਸ ਤੋਂ ਬਾਅਦ ਸਿੱਧਾ 18 ਸੀਟਾਂ ਤੇ ਸੀਮਤ ਹੋ ਗਿਆ ਕਾਂਗਰਸ ਦਾ ਸਾਰਾ ਖੇਮਾ। ਲੱਗਦਾ ਕਿ ਉਣਤਾਈਆਂ ਰਹੀਆਂ, ਗਲਤੀਆਂ ਰਹੀਆਂ, ਇਸੇ ਕਰਕੇ ਲੋਕਾਂ ਨੇ ਕੰਨੀ ਕਤਰਾਉਣ ਦੀ ਕੋਸ਼ਿਸ਼ ਕੀਤੀ ਜਾਂ ਲੋਕੀ ਸਾਈਡ ਤੇ ਹੋ ਗਏ ਕਾਂਗਰਸ। ਦਰਅਸਲ ਗੱਲ ਇਹ ਹੈ ਭੋਗਲ ਸਾਹਿਬ, ਅਸਲੀ ਗੱਲ ਇਹ ਹੈ ਬਈ ਵੈਸੇ ਤਾਂ ਪਾਰਟੀ ਜਿਹੜੀ ਰਾਜ ਕਰਦੀ ਹੈ ਨਾ, ਕਈ ਵਾਰੀ ਦਿਮਾਗ 'ਚ ਇਹ ਆ ਜਾਂਦਾ ਹੁੰਦਾ ਵੀ ਅਸੀਂ ਹੈਗੇ ਆ, ਹੋਰ ਕੌਣ ਹੈ। ਜਦੋਂ ਇਹ ਗੱਲ ਦਿਮਾਗ 'ਚ ਆ ਜਾਵੇ ਨਾ, ਫਿਰ ਜਨਤਾ ਥੋੜੀ ਹੌਲੀ ਦੂਰ ਹੋ ਜਾਂਦੀ ਹੈ। ਹੋ ਜਾਏ, ਸਾਥੋਂ ਵੀ ਗਲਤੀਆਂ ਹੋਈਆਂ ਨੇ। ਦੇਖੋ ਇਨਸਾਨ ਗਲਤੀ ਦਾ ਪੁਤਲਾ ਹੈ। ਉਹ ਚਾਹੇ ਕੁਰਸੀ ਤੇ ਬੈਠਾ, ਚਾਹੇ ਉਹ ਫੀਲਡ 'ਚ ਤੁਰਿਆ ਫਿਰਦਾ, ਚਾਹੇ ਕੋਈ ਵੀ ਕੰਮ ਕਰਦਾ, ਘਰੇਲੂ ਕੰਮ ਵੀ ਕਰਦਾ ਨਾ, ਆਖਰ ਜ਼ਿੰਮੇਵਾਰੀ ਤਾਂ ਉਹਦੀ ਹੁੰਦੀ ਹੈ ਨਾ। ਔਰ ਫਿਰ ਹੈ ਵੀ ਗਲਤੀ ਦਾ ਪੁਤਲਾ, ਕਦੇ ਨਾ ਕਦੇ ਗਲਤੀਆਂ ਹੋ ਵੀ ਜਾਂਦੀਆਂ ਨੇ। ਉਹਨਾਂ ਗਲਤੀਆਂ ਨੂੰ ਸੁਧਾਰਨ ਵਾਸਤੇ ਇਹ ਸਾਰੀ ਕਵਾਇਦ ਹੋ ਰਹੀ ਹੈ। ਕਿਤੇ ਨਾ ਕਿਤੇ ਹਉਮੈ ਆ ਗਈ ਸੀ, ਉਹਦੇ ਕਰਕੇ ਨੁਕਸਾਨ ਹੋ ਗਿਆ। ਮੈਂ ਇਸ ਗੱਲ ਦਾ ਜਵਾਬ ਹਾਂ ਚ ਨਹੀਂ ਦੇ ਸਕਦਾ। ਉਹਦੀ ਵਜ੍ਹਾ ਇਹ ਹੈ, ਮੈਨੂੰ ਨਹੀਂ ਪਤਾ ਹਉਮੈ ਕਿਹਦੇ ਚ ਆਈ ਔਰ ਕਿਉਂ ਆਈ ਹੈ।
ਸਾਰਾ ਤੇ ਤੋੜਾ ਮੇਰੇ 'ਚ ਕਦੇ ਹੋ ਮੈਂ ਆਈ ਨਹੀਂ, ਇਸ ਕਰਕੇ ਤੁਹਾਡਾ ਤਾਂ ਸਾਨੂੰ ਪਤਾ, ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋ, ਤੁਹਾਡਾ ਹਰੇਕ ਨਾਲ ਪਿਆਰ ਮੁਹੱਬਤ ਹੈਗੀ, ਤੁਸੀਂ ਹਰੇਕ ਨਾਲ ਨੀਵੇਂ ਹੋ ਕੇ ਮਿਲਦੇ ਹੋ, ਤੁਹਾਡਾ ਰਵੱਈਆ ਹੀ ਹੋਰ ਹੈਗਾ। ਪਰ ਕਹਿੰਦੇ ਕਿ ਸਾਰਾ ਤੋੜਾ ਹੀ ਕੈਪਟਨ ਅਮਰਿੰਦਰ ਸਿੰਘ ਤੇ ਭੰਨ ਦਿੱਤਾ ਗਿਆ, ਉਹ ਹੁਣ ਭਾਜਪਾ ਦਾ ਹਿੱਸਾ। ਦੇਖੋ ਬੇਨਤੀ ਇਹ ਹੈ, ਕਿਹਦੇ ਉੱਤੇ ਭਾਂਡਾ ਭੰਨਿਆ ਜਾਂਦਾ, ਇਹ ਮੈਂ ਸਮਝਦਾ ਕਈ ਵਾਰੀ ਫੈਸਲੇ ਜਿਹੜੇ ਹੁੰਦੇ ਨੇ ਉਹ ਕਾਹਲੀ 'ਚ ਵੀ ਹੋ ਜਾਂਦੇ ਨੇ। ਕਈ ਵਾਰੀ ਫੈਸਲੇ ਐਸੇ ਹੁੰਦੇ ਨੇ ਬੜੇ ਸੋਚ ਸਮਝ ਕੇ ਕੀਤੇ ਜਾਂਦੇ ਨੇ। ਇਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਹੈ ਜੀ, ਇਹ ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਨੇ ਕਰਵਾਇਆ, ਜਾਂ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਜੋ ਭੁਗਤ ਰਹੇ ਨੇ। ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ। ਤੁਹਾਡੇ ਹਿਸਾਬ ਦੇ ਨਾਲ, ਤੁਹਾਡੀ ਨਜ਼ਰ ਦੇ ਵਿੱਚ, ਤੁਸੀਂ ਕਿਉਂਕਿ ਲੰਮਾ ਸਮਾਂ ਹੁਣ ਤੁਹਾਡਾ ਇਧਰਲੇ ਸਿਆਸਤ ਵਾਲੇ ਪਾਸੇ ਵੀ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਤੁਹਾਡੇ ਹਿਸਾਬ ਨਾਲ ਕਿਹੋ ਜਿਹੀ ਰਹੀ? ਦੇਖੋ ਉਹ ਬਹੁਤ ਇੰਟੈਲੀਜੈਂਟ ਨੇ। ਉਹਨਾਂ ਨੇ 2002 ਤੋਂ ਲੈ ਕੇ 2007 ਤੱਕ ਜੋ ਰਾਜ ਕੀਤਾ, ਪੰਜਾਬ ਨੂੰ ਨਵੀਂ ਦਿਸ਼ਾ ਦਿੱਤੀ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਵਾਸੀਆਂ ਨੂੰ ਉਹਨਾਂ ਨੇ ਬਿਲਕੁਲ ਐਸਾ ਦਿਖਾ ਦਿੱਤਾ ਸੀ ਵੀ ਹਾਂ ਬਈ ਅਗਰ ਰਾਜ ਕਰੀਦਾ ਤਾਂ ਇਸ ਤਰ੍ਹਾਂ ਕਰੀਦਾ। ਉਸ ਤੋਂ ਮਗਰੋਂ ਜੋ 10 ਸਾਲ ਦੇ ਵਿੱਚ ਜੋ ਹਾਲਾਤ ਵਿਗੜੇ ਨੇ, ਜੋ 10 ਸਾਲ 'ਚ ਹਾਲਾਤ ਵਿਗੜੇ ਨੇ, ਉਹਦੀ ਪਾਣ ਕਈਆਂ ਤੇ ਚੜ੍ਹ ਗਈ। ਜੈਸੇ ਹਾਲਾਤ ਹੁੰਦੇ ਨਾ, ਬੰਦਿਆਂ ਤੇ ਪਾਣ ਚੜ੍ਹ ਜਾਂਦੀ ਆ, ਉਹ ਪਾਣ ਚੜ੍ਹ ਗਈ। ਉਸ ਪਾਣ ਨੇ ਨਾ ਸਾਨੂੰ ਸਾਰਿਆਂ ਨੂੰ ਖਰਾਬ ਕਰਤਾ। ਸਿੱਦੀਕ ਸਾਹਿਬ, ਇੱਕ ਬੜੀ ਅਹਿਮ ਚੀਜ਼, ਜਿਵੇਂ ਤੁਸੀਂ ਉਹ 10 ਸਾਲ ਦਾ ਜ਼ਿਕਰ ਕੀਤਾ, ਅਕਾਲੀ ਦਲ ਦੀ ਸਰਕਾਰ ਰਹੀ, ਅਕਾਲੀ ਦਲ ਤੋਂ ਵੀ ਲੋਕਾਂ ਨੇ ਉਹਨਾਂ ਦਾ ਵੀ ਮੋਹ ਭੰਗ ਹੋ ਗਿਆ, ਅਕਾਲੀ ਦਲ ਤੋਂ ਵੀ 3 ਸੀਟਾਂ ਤੇ ਸਿਮਟ ਕੇ ਰਹਿ ਗਏ। ਅਕਾਲੀ ਦਲ ਨੇ ਲੱਗਦਾ ਕਿ ਨੁਕਸਾਨ ਕੀਤਾ ਸੱਚੀ ਪੰਜਾਬ ਦਾ ਪਿਛਲੇ 10 ਸਾਲਾਂ 'ਚ? ਇਹ ਸਵਾਲ ਤਾਂ ਤੁਸੀਂ ਬਾਦਲ ਸਾਹਿਬ ਨੂੰ ਪੁੱਛੋ, ਜਿਨ੍ਹਾਂ ਨੇ ਕੀਤਾ ਜਾਂ ਕਰਵਾਇਆ ਹੈਗਾ। ਉਹਨਾਂ ਨੇ ਆਪਣੇ ਮੂੰਹੋਂ ਕੁਝ ਨਹੀਂ ਬੋਲਣਾ, ਤਾਂ ਹੀ ਤੁਹਾਡੇ ਤੋਂ ਪੁੱਛ ਰਿਹਾ। ਨਹੀਂ, ਮੈਂ ਕਿਸੇ ਦੀ ਨਿੰਦਾ ਚੁਗਲੀ ਕਰਨ ਵਾਸਤੇ ਮੈਂ ਤਿਆਰ ਨਹੀਂ ਹਾਂ। ਮੈਂ ਕਿਉਂਕਿ ਉਹ 5 ਵਾਰੀ ਮੁੱਖ ਮੰਤਰੀ ਬਣੇ ਨੇ, ਲੋਕਾਂ ਦਾ ਫਤਵਾ ਉਹਨਾਂ ਵਾਸਤੇ ਸੀਗਾ। 5 ਵਾਰੀ ਮੁੱਖ ਮੰਤਰੀ ਬਣਨਾ ਆਸਾਨ ਨਹੀਂ ਹੁੰਦਾ, ਬਹੁਤ ਬੜੀ ਗੱਲ ਹੈ। ਲੋਕਾਂ ਨੇ ਫਤਵਾ ਉਹਨਾਂ ਨੂੰ ਹੱਕ ਦਿੱਤਾ, ਉਹਨਾਂ ਨੇ ਕਿਉਂ ਇਹੋ ਜਿਹਾ ਕੁਝ ਕੀਤਾ ਇਹ ਉਹੀ ਦੱਸ ਸਕਦੇ ਨੇ, ਮੈਂ ਨਹੀਂ ਦੱਸ ਸਕਦਾ। ਇੱਕ ਬੜੀ ਅਹਿਮ ਚੀਜ਼, ਇਸ ਵੇਲੇ ਆਮ ਆਦਮੀ ਪਾਰਟੀ ਨੂੰ ਤਕਰੀਬਨ 6 ਮਹੀਨੇ ਹੋ ਗਏ, 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, 7ਵਾਂ ਮਹੀਨਾ ਵੀ ਹੁਣ ਨੂੰ ਹੈ। ਲੱਗਦਾ ਕਿ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਕਰਕੇ ਸੱਤਾ ਦੇ ਵਿੱਚ ਆਈ ਸੀ, ਉਹ ਵਾਅਦੇ ਵਫਾ ਹੋ ਰਹੇ ਨੇ, ਜਾਂ ਉਧਰ ਨੂੰ ਵਧਣਾ ਇਹਨਾਂ ਨੇ ਕਵਾਇਦ ਸ਼ੁਰੂ ਕੀਤੀ ਹੋਈ? ਦੇਖੋ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਜਿਹੜੇ ਵਾਅਦੇ ਕੀਤੇ ਨੇ ਵਫਾ ਹੋ ਜਾਣ, ਕੋਸ਼ਿਸ਼ ਕਰਨੀ ਚਾਹੀਦੀ ਹੈ। ਵੈਸੇ ਮੈਂ ਇੱਕ ਗੱਲ ਹੈ ਵੀ ਮੈਂ ਕੱਲ ਹੀ ਕਿ ਪਰਸੋਂ ਮੈਂ ਇੱਕ ਅਨਾਉਂਸਮੈਂਟ ਪੜ੍ਹ ਰਿਹਾ ਸੀਗਾ ਇਲੈਕਸ਼ਨ ਕਮਿਸ਼ਨ ਦੀ, ਨਾ ਮਤਲਬ ਹਾਈ ਕੋਰਟ ਕੇ ਸੁਪਰੀਮ ਕੋਰਟ ਦੀ, ਬਈ ਇਲੈਕਸ਼ਨ 'ਚ ਵਾਅਦੇ ਘੱਟ ਕਰਨੇ ਚਾਹੀਦੇ ਨੇ, ਹੈ ਜੀ, ਤਾਂ ਉਹੀ ਕਰਨੇ ਚਾਹੀਦੇ ਜਿਹੜੇ ਪੂਰੇ ਹੋ ਜਾਣ। ਤਾਂ ਮੈਂ ਸਮਝਦਾ ਅਗਰ ਪੂਰੇ ਕਰਨਗੇ ਤਾਂ ਜਨਤਾ ਫਿਰ ਉਹਨਾਂ ਦੇ ਨਾਲ ਹੈ, ਜੇ ਨਹੀਂ ਕਰਨਗੇ ਤਾਂ ਜਨਤਾ ਉਹੀ ਕੁਝ ਕਰੂਗੀ ਜੋ ਕੁਝ ਅੱਗੇ ਕਰਦੀ ਆ ਰਹੀ ਹੈ। ਰਵਾਇਤੀ ਪਾਰਟੀਆਂ ਤੋਂ ਕਹਿੰਦੇ ਮੋਹ ਭੰਗ ਹੋ ਗਿਆ ਸੀ, ਲੋਕਾਂ ਨੇ ਇਸ ਕਰਕੇ ਬਦਲ ਦੇ ਨਾਂ ਤੇ ਵੋਟ ਪਾਈ। ਦੇਖੋ, ਜਿਹੜੀ ਸਾਡੀ ਪਾਰਟੀ ਹੈ ਨਾ, 135 ਸਾਲ ਪੁਰਾਣੀ ਪਾਰਟੀ ਹੈ। ਇਹ ਉਹ ਪਾਰਟੀ ਹੈ ਜਿਹਨੇ ਮੁਲਕ ਨੂੰ ਆਜ਼ਾਦ ਕਰਾਇਆ, ਇਹ ਉਹ ਪਾਰਟੀ ਹੈ ਜਿਹਨੇ ਅੰਗਰੇਜ਼ਾਂ ਨੂੰ ਕੱਢਿਆ, ਇਹ ਉਹ ਪਾਰਟੀ ਹੈ ਜਿਹਨੇ ਬਰਾਬਰਤਾ ਲਿਆਉਣ ਦੀ ਬਹੁਤ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਨੇ। ਸਾਡੀ ਪਾਰਟੀ ਮਾੜੀ ਨਹੀਂ ਹੈ। ਹਾਲਾਤ ਜਿਹੜੇ ਨੇ ਨਾ, ਕਿਉਂਕਿ ਕੁਦਰਤ ਦਾ ਵੀ ਇੱਕ ਅਸੂਲ ਹੈ, ਉਹ ਵੀ 1 ਸਾਲ ਦੇ ਵਿੱਚ 4 ਵਾਰੀ ਹਾਲਾਤ ਬਦਲ ਜਾਂਦੇ ਨੇ। ਬਦਲਾਓ ਜਿਹੜੀ ਹੈ ਨਾ, ਤਬਦੀਲੀ ਜਿਹੜੀ ਹੈ, ਇਹ ਕੁਦਰਤ ਦਾ ਇੱਕ ਅਸੂਲ ਹੈ। ਤਬਦੀਲੀ ਆ ਗਈ, ਕੋਈ ਗੱਲ ਨਹੀਂ। ਵੱਡੇ ਵੱਡੇ ਆਗੂ ਕਾਂਗਰਸ ਦੇ ਛੱਡ ਕੇ ਚਲ ਗਏ, ਜਾਖੜ ਸਾਹਿਬ ਵੀ ਛੱਡ ਗਏ ਪਾਰਟੀ ਨੂੰ, ਬਲਬੀਰ ਸਿੰਘ ਸਿੱਧੂ ਛੱਡ ਗਏ ਪਾਰਟੀ ਨੂੰ। ਐਡੇ ਵੱਡੇ ਵੱਡੇ ਆਗੂ ਜਿਹੜੇ ਜਿਨ੍ਹਾਂ ਦਾ ਆਪਾਂ ਕਹ ਲਈ ਵੀ ਸਾਰਾ ਜੀਵਨ ਹੀ ਕਾਂਗਰਸ 'ਚ ਸੀ, ਉਹਨਾਂ ਦੇ ਪਰਿਵਾਰ ਕਾਂਗਰਸ 'ਚ ਸੀ। ਭੋਗਲ ਸਾਹਿਬ, ਇਹ ਜਿਹੜੇ ਸਵਾਲ ਉਹਨਾਂ ਨੂੰ ਕਰਨ ਵਾਲੇ ਨੇ, ਮੈਨੂੰ ਕਿਉਂ ਕਰੀ ਜਾਂਦੇ ਹੋ? ਮੈਂ ਕਿਹਾ ਤੁਸੀਂ ਤੁਹਾਡੇ ਨਾਲ ਸਾਥੀ ਰਹੇ ਨੇ ਨਾ। ਨਹੀਂ, ਮੈਂ ਉਹਨਾਂ ਦਾ ਸਾਥੀ ਰਿਹਾ, ਤੁਸੀਂ ਮੈਨੂੰ ਕਿਉਂ ਨਹੀਂ ਪੁੱਛਿਆ ਵੀ ਤੂੰ ਕਿਉਂ ਨਹੀਂ ਛੱਡਦਾ? ਤੁਸੀਂ ਤਾਂ ਪਾਰਟੀ ਦੇ ਨਾਲ ਹੀ ਰਹੋਗੇ। ਦੇਖੋ ਭੋਗਲ ਸਾਹਿਬ, ਗੱਲ ਇਹ, ਜਿਹੜੇ ਸਵਾਲ ਜਿਹਨਾਂ ਦੇ ਹੈਗੇ ਨੇ ਉਹਨਾਂ ਤੇ ਕਰੋ, ਮੈਨੂੰ ਤਾਂ ਉਹ ਸਵਾਲ ਕਰੋ ਜਿਹਦਾ ਮੈਂ ਜਵਾਬ ਦੇ ਸਕਦਾ। ਕਿਉਂਕਿ ਉਹਨਾਂ ਤੇ ਇੱਕ ਗੱਲ ਚੱਲ ਰਹੀ ਹੈ ਨਾ, ਕਹਿੰਦੇ ਕਿ ਜਿਨ੍ਹਾਂ ਨੂੰ ਸੱਤਾ ਮਿਲੀ, ਜਿਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਮਿਲੇ, ਉਹਨਾਂ ਨੇ ਬੜੀ ਕਰੀਮ ਖਾਧੀ ਹੈ। ਤੇ ਹੁਣ ਇਸੇ ਕਰਕੇ ਈਡੀ, ਬੀਜੇਪੀ ਦਾ ਦਬਕਾ ਹੈਗਾ, ਈਡੀ ਦੀ ਰੇਡ, ਕਿਤੇ ਨਾ ਕਿਤੇ ਸੀਬੀਆਈ ਦੀ ਰੇਡ, ਇਹ ਸਾਰੇ ਦਬਕੇ ਹੈਗੇ ਨੇ, ਤੇ ਇਹਨਾਂ ਦਬਕਿਆਂ ਤੋਂ ਡਰ ਹੈਗਾ ਸਾਰਿਆਂ ਨੂੰ। ਕਿਉਂਕਿ ਕਰੀਮ ਖਾਣ ਨਾਲ, ਘਿਓ ਖਾਣ ਨਾਲ, ਮਲਾਈ ਖਾਣ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ। ਮੈਂ ਤਾਂ ਕਦੇ ਖਾਧੀ ਨਹੀਂ ਹੈ, ਇਸ ਕਰਕੇ ਮੈਂ ਕਰੀਮ ਖਾਣ ਵਾਲਿਆਂ ਵਿੱਚੋਂ ਹਾਂ ਹੀ ਨਹੀਂ। ਹੋਰ ਦੱਸੋ। ਇਸੇ ਕਰਕੇ ਪਾਰਟੀ ਦੇ ਨਾਲ ਬਣੇ ਹੋਏ ਹੋ। ਦੇਖੋ, ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ, ਬਹੁਤ ਕੁਝ ਦਿੱਤਾ, ਕਮ ਸੇ ਕਮ ਮੈਨੂੰ ਬਹੁਤ ਕੁਝ ਦਿੱਤਾ। ਮੈਂ ਜਿੱਥੋਂ ਉੱਠ ਕੇ ਜਿਹੜੇ ਸਥਾਨ ਤੇ ਮੈਨੂੰ ਲੋਕਾਂ ਨੇ ਪਹੁੰਚਾਇਆ, ਪਾਰਟੀ ਨੇ ਪਹੁੰਚਾਇਆ, ਤੇ ਮੈਂ ਸਮਝਦਾ ਮੈਂ ਤਾਂ 7 ਜਨਮ ਪਾਰਟੀ ਦਾ ਦੇਣ ਨਹੀਂ ਦੇ ਸਕਦਾ। ਕੋਸ਼ਿਸ਼ ਤਾਂ ਇਹੀ ਹੈ। ਵੈਸੇ ਤਾਂ ਇਨਸਾਨੀ ਦਿਮਾਗ ਹੈ, ਇਨਸਾਨੀ ਦਿਲ ਹੈ, ਪਤਾ ਨਹੀਂ 1 ਸਕਿੰਟ ਦੇ ਵਿੱਚ ਕਿਵੇਂ ਫੈਸਲਾ ਬਦਲ ਜਾਂਦਾ ਹੁੰਦਾ। ਪਰ ਮੇਰੀ ਉੱਪਰਲੇ ਵਾਲੇ ਆਪਣੇ ਪ੍ਰਭੂ ਮੂਹਰੇ, ਖੁਦਾ ਮੂਹਰੇ, ਵਾਹਿਗੁਰੂ ਮੂਹਰੇ ਇਹ ਅਰਦਾਸ ਹੈ ਵੀ ਮੈਨੂੰ ਉਹ ਦਾਇਰੇ 'ਚ ਹੀ ਰੱਖੇ ਤਾਂ ਬਹੁਤ ਅੱਛੀ ਗੱਲ ਹੈ। ਆਖਰੀ ਸਵਾਲ, ਕਿਉਂਕਿ ਇਸ ਵੇਲੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਇੱਕ ਵੱਡਾ ਸਵਾਲ ਹੈ ਕਾਂਗਰਸ ਦੇ ਅੱਗੇ ਕਿ ਕਹਿੰਦੇ ਕਾਂਗਰਸ ਦੇ ਅੰਦਰ ਜਿਹੜੀ ਇੱਕ ਆਪਸੀ ਜੰਗ ਚੱਲ ਰਹੀ ਹੈ ਨਾ, ਉਹਦੇ ਕਰਕੇ ਸਾਰੀ ਪਾਰਟੀ ਦਾ ਨੁਕਸਾਨ ਹੋ ਰਿਹਾ। ਕੀ ਸਲਾਹ ਦੇਣੀ ਚਾਹੋਗੇ ਸਾਰੇ, ਕਿਉਂਕਿ ਤੁਹਾਡੇ ਨਾਲ ਦੇ ਆਗੂ ਨੇ, ਵਿਧਾਇਕ ਨੇ, ਮੰਤਰੀ ਸੰਤਰੀ, ਸਾਰੀਆਂ, ਕਿਉਂਕਿ ਕੁਰਸੀਆਂ ਬਹੁਤ ਮਿਲੀਆਂ ਹੋਈਆਂ ਨੇ, ਹਰੇਕ ਬੰਦੇ ਨੂੰ ਮਾਨ ਸਨਮਾਨ ਦਿੱਤਾ ਪਾਰਟੀ ਨੇ, ਪਰ ਫਿਰ ਵੀ ਉਹ ਜੰਗ ਚੱਲ ਰਹੀ ਹੈ।
ਕੀ ਆਪਣੇ ਸਾਥੀਆਂ ਨੂੰ ਸਲਾਹ ਦੇਣੀ? ਭੋਗਲ ਸਾਹਿਬ ਮੇਰਾ ਜਵਾਬ ਇਹ ਹੈ, ਮੈਂ ਬਗੈਰ ਮੰਗੇ ਤੋਂ ਕਿਸੇ ਨੂੰ ਸਲਾਹ ਨਹੀਂ ਦਿੰਦਾ। ਬਗੈਰ ਮੰਗੇ ਸਲਾਹ ਦੇਵੋ ਨਾ ਟੋਕਰੀ ਸਿੱਟੀ ਜਾਂਦੀ ਹੈ। ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਹੈ, ਉਹਨਾਂ ਤੋਂ ਸਲਾਹ ਲਵੋ ਜਿਹੜੇ ਸਲਾਹ ਦੇ ਸਕਦੇ ਨੇ। ਜਦੋਂ ਕੋਈ ਮੈਨੂੰ ਪੁੱਛੂਗਾ ਪਾਰਟੀ ਦਾ ਬੰਦਾ, ਫਿਰ ਮੈਂ ਉਹਨੂੰ ਸਲਾਹ ਦੇ ਦੂੰਗਾ। ਬਹੁਤ ਸ਼ੁਕਰੀਆ। ਧੰਨਵਾਦ। ਤੇ ਸਨ ਮੁਹੰਮਦ ਸਦੀਕ ਬੜੇ ਬੇਬਾਕ ਢੰਗ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਹਿ ਗਏ ਤੇ ਬਹੁਤ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਵੀ ਕਹਿ ਗਏ। ਹਾਲਾਂਕਿ ਬਹੁਤ ਸਾਰੇ ਸਵਾਲ ਸੀ ਕਿ ਜਿਨ੍ਹਾਂ ਤੋਂ ਬਚਦੇ ਵੀ ਨਜ਼ਰ ਆਏ। ਆਪਣੇ ਹਿਸਾਬ ਨਾਲ ਆਪਣੇ ਤਰੀਕੇ ਦੇ ਨਾਲ ਜਵਾਬ ਦਿੱਤੇ ਨੇ। ਫਿਲਹਾਲ ਤੁਸੀਂ ਇਹਨਾਂ ਜਵਾਬਾਂ ਤੋਂ ਸੰਤੁਸ਼ਟ ਹੋ ਜਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰ ਰਹੇ ਹੋ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।